ਰਹਿਮਤਾਂ ਦੇ ਮੁਜਸਮੇ ਵਾਲੀਏ ਕੁਲ ਆਲਮ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦੇ ਅੰਦਰ ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਵਡ ਭਾਗੀ ਸਤ ਸੰਗੀ ਜਨੋ, ਬੜੇ ਹੀ ਪਿਆਰ ਦੇ ਨਾਲ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਆਗਮਨ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਸੰਧਿਆ ਵੇਲੇ ਤੋਂ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਜਿੱਥੇ ਸੋ ਦਰ ਦੀ ਅੰਮ੍ਰਿਤ ਗੁਰਬਾਣੀ ਸਰਵਣ ਕੀਤੀ, ਉਥੇ ਗੁਰੂ ਘਰ ਦੇ ਹਾਜ਼ੂਰੀ ਰਾਗੀ ਜਥੇ ਪਾਸੋਂ ਸਤਿਗੁਰਾਂ ਦੀ ਰਸ ਭਿੰਨੀ ਅੰਮ੍ਰਿਤ ਗੁਰਬਾਣੀ ਸਰਵਣ ਕਰ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕੀਤਾ ਹੈ। ਆਓ ਹੁਣ ਬੜੇ ਹੀ ਪਿਆਰ ਦੇ ਨਾਲ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੇ ਜੀਵਨ ਨੂੰ ਵਿਚਾਰਨ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਏਕਾਗਰਤਾ ਦਾ ਸਬੂਤ ਦਿੰਦਿਆਂ, ਕਿਉਂਕਿ ਜਿੱਥੇ ਆਪਾਂ ਸਰੀਰ ਕਰਕੇ ਗੁਰੂ ਦੀ ਗੋਦ ਵਿੱਚ ਬੈਠੇ ਹਾਂ, ਉੱਥੇ ਸਾਡਾ ਮਨ ਵੀ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ। ਕਿਉਂਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੀ ਅੰਮ੍ਰਿਤ ਬੋਲ ਨੇ। ਸਤਿਗੁਰੂ ਆਖਦੇ ਨੇ, ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਭਾਏ। ਜਦੋਂ ਵੀ ਹਰੀ ਦੀ ਉਸਤਤ ਪਰਮਾਤਮਾ ਦੀ ਸ਼ੋਭਾ ਕਰਨੀ ਹੈ ਤੇ ਇੱਕ ਮਨ ਇੱਕ ਚਿੱਤ ਹੋ ਕਰਕੇ ਭਾਵਨਾ ਦੇ ਨਾਲ ਰੱਬ ਨੂੰ ਯਾਦ ਕਰ। ਜੇ ਭਾਵਨਾ ਦੇ ਨਾਲ ਯਾਦ ਕਰੇਗਾ, ਇੱਕ ਪਲ ਦਾ ਕੀਤਾ ਯਾਦ ਤੇਰੇ ਜੀਵਨ ਨੂੰ ਸਵਾਰ ਦੇਗਾ। ਸੋ ਝੁਕਾਓ ਆਪੋ ਆਪਣਾ ਮਸਤਕ ਗੁਰਦੇਵ ਪਿਤਾ ਦੇ ਚਰਨਾਂ ਵਿੱਚ। ਏਕਾਗਰਤਾ ਦਾ ਸਬੂਤ ਦਿੰਦਿਆਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਦੇ ਨਾਲ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਆਪ ਜੀਆਂ ਨੇ ਸਰਵਣ ਕੀਤੇ ਨੇ। ਭੱਟਾਂ ਨੇ ਜੋ ਉਹਨਾਂ ਦੀ ਉਸਤਤ ਆਪਣੀ ਰਸਨਾ 'ਤੇ ਕੀਤੀ, ਉਹ ਉਸਤਤ ਆਪ ਜੀਆਂ ਨੇ ਸਰਵਣ ਕੀਤੀ। ਧੰਨ ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜਨਮ ਬਾਬਾ ਤੇਜ ਭਾਨ ਜੀ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਤੇਜ ਭਾਨ ਜੀ ਜਿਹੜੇ ਬੜੇ ਹੀ ਭਗਤੀ ਭਾਵ ਦੇ ਮਾਲਕ ਸਨ। ਆਪਾਂ ਇਤਿਹਾਸ ਦੇ ਵਿੱਚ ਬੜੀ ਵਾਰੀ ਸਰਵਣ ਕੀਤਾ ਕਿ ਉਹ ਬੜੇ ਹੀ ਭਗਤੀ ਭਾਵ ਦੇ ਵਿੱਚ ਜੀਣ ਵਾਲੇ, ਜਦੋਂ ਵੀ ਕਿਤੇ ਸਮਾਂ ਮਿਲਦਾ ਆਪਣੇ ਨੇੜੇ ਤੇੜੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਉਹਨਾਂ ਨੇ ਇਕੱਤਰ ਕਰਨਾ ਤੇ ਕਿਤੇ ਤੀਰਥਾਂ ਤੇ ਦਰਸ਼ਨ ਕਰਨ ਲਈ ਚਲਿਆ ਜਾਣਾ, ਕਿਤੇ ਦੇਵੀਆਂ ਦੇ ਜਗਰਾਤੇ ਕਰਨ ਲਈ ਉਹਨਾਂ ਨੇ ਸਮਾਗਮ ਉਲੀਕ ਲੈਣੇ। ਇਹ ਉਹਨਾਂ ਦਾ ਭਗਤੀ ਭਾਵ ਦਾ ਕਰਮ ਰਿਹਾ। ਉਸ ਤੋਂ ਬਾਅਦ ਇਹ ਜਿਹੜੀ ਸੇਵਾ ਹੈ ਮੇਰੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੰਭਾਲੀ। ਬਾਬਾ ਅਮਰਦਾਸ ਜੀ ਵੀ ਬੜੇ ਭਗਤੀ ਭਾਵ ਵਿੱਚ ਜੀਣ ਵਾਲੇ ਸਨ, ਬੜੇ ਨਿਮਰਤਾ ਦੇ ਵਿੱਚ ਰਹਿਣ ਵਾਲੇ, ਹਲੇਮੀ ਦੇ ਵਿੱਚ ਰਹਿਣ ਵਾਲੇ ਸਨ। ਆਪਣੇ ਪਿਤਾ ਬਾਬਾ ਤੇਜ ਭਾਨ ਜੀ ਦੀ ਤਰ੍ਹਾਂ ਉਹ ਵੀ ਆਪਣੇ ਨਾਲ ਸੰਗੀ ਸਾਥੀਆਂ ਨੂੰ ਤਿਆਰ ਕਰਕੇ ਉਹ ਵੀ ਦਰਸ਼ਨਾਂ ਨੂੰ ਜਾਇਆ ਕਰਦੇ ਸਨ, ਤੀਰਥਾਂ 'ਤੇ ਇਸ਼ਨਾਨ ਕਰਨ ਲਈ ਜਾਇਆ ਕਰਦੇ ਸਨ।
ਤੇ ਵਿਦਵਾਨ ਲਿਖਦੇ ਨੇ ਤਕਰੀਬਨ 20 ਵਾਰੀ ਉਹ ਤੀਰਥਾਂ ਤੇ ਇਸ਼ਨਾਨ ਕਰਦੇ ਰਹੇ ਨੇ। ਮੈਂ ਬੇਨਤੀ ਕਰਾਂ ਗੁਰਮੁਖੋ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਏ ਵੀ ਜੇ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਮਨ ਪਵਿੱਤਰ ਹੋ ਜਾਂਦਾ, ਜੀਵਨ ਸਫਲ ਹੋ ਜਾਂਦਾ, ਤੇ ਕਦੇ ਵੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਦੇ ਦਰ ਤੇ ਆਉਣ ਦੀ ਲੋੜ ਨਹੀਂ ਸੀ। ਭਾਵੇਂ ਉਹ 20 ਵਾਰੀ ਤੀਰਥਾਂ ਤੇ ਇਸ਼ਨਾਨ ਕਰ ਆਏ, ਭਾਵੇਂ ਉਹਨਾਂ ਨੇ ਬੜੇ ਹੀ ਭਜਨ ਕੀਤੇ, ਬੜੇ ਦੇਵੀਆਂ ਦੇ ਦਰਸ਼ਨ ਕੀਤੇ, ਪਰ ਮਨ ਦੇ ਅੰਦਰ ਸ਼ਾਂਤੀ ਨਹੀਂ ਆਈ, ਮਨ ਦੇ ਅੰਦਰ ਟਿਕਾਵ ਨਹੀਂ ਆਇਆ, ਮਨ ਦੇ ਅਜੇ ਵੀ ਦੌੜ ਭੱਜ ਲੱਗੀ ਹੋਈ ਹੈ, ਮਨ ਅਜੇ ਵੀ ਸੱਚੇ ਗੁਰੂ ਦੀ ਭਾਲ ਦੇ ਵਿੱਚ ਹੈ। ਇੱਕ ਵਾਰੀ ਯਾਤਰਾ ਦੇ ਦੌਰਾਨ ਉਹਨਾਂ ਨੂੰ ਇੱਕ ਵੈਸ਼ਨੋ ਸਾਧ ਮਿਲ ਗਿਆ, ਜਿਹੜਾ ਆਪਣੀ ਕਰਨੀ ਦਾ ਬੜਾ ਹੀ ਪੱਕਾ ਸੀ, ਜੋ ਉਸ ਦਾ ਨਿਤ ਦਾ ਨੇਮ, ਉਸ ਨਿਤ ਦੇ ਨੇਮ ਨੂੰ ਨਿਭਾਉਣ ਵਾਲਾ ਉਹ ਵੈਸ਼ਨੋ ਸਾਧ ਬਾਬਾ ਅਮਰਦਾਸ ਜੀ ਦਾ ਸੰਗੀ ਸਾਥੀ ਬਣ ਗਿਆ। ਕੁਝ ਸਮਾਂ ਨਾਲ ਰਹੇ, ਇੱਕ ਦੂਜੇ ਦੇ ਨਾਲ ਬੈਠ ਕਰਕੇ ਲੰਗਰ ਪ੍ਰਸ਼ਾਦਾ ਛਕਦੇ ਰਹੇ, ਆਪਸ ਦੇ ਵਿੱਚ ਬਚਨ ਬਿਲਾਸ ਹੁੰਦੇ ਰਹੇ। ਇੱਕ ਦਿਨ ਸੁਭਾਵਕ ਹੀ ਉਹ ਵੈਸ਼ਨੋ ਸਾਧ ਕਹਿਣ ਲੱਗਿਆ, ਪੁਰਖਾ ਵੀ ਤੇਰਾ ਜੀਵਨ ਬੜਾ ਹੀ ਹਲੇਮੀ ਵਾਲਾ ਹੈ, ਤੇਰੇ ਬਚਨ ਵੀ ਬੜੇ ਸੁੰਦਰ ਨੇ, ਮੈਨੂੰ ਇਹ ਦੱਸ ਵੀ ਤੇਰਾ ਗੁਰੂ ਕੌਣ ਹੈ, ਜਿਸ ਨੇ ਤੇਰੇ ਜੀਵਨ ਨੂੰ ਘੜਿਆ, ਤੇਰੇ ਜੀਵਨ ਨੂੰ ਦੇਖ ਕਰਕੇ, ਤੇਰੇ ਨਾਲ ਵਿਚਾਰਾਂ ਕਰਕੇ ਬੜਾ ਆਨੰਦ ਆਉਂਦਾ ਹੈ, ਪਰ ਮੈਨੂੰ ਇਹ ਦੱਸ ਤੇਰਾ ਗੁਰੂ ਕੌਣ ਹੈ। ਜਦੋਂ ਗੱਲ ਗੁਰੂ ਦੀ ਆਈ, ਬਾਬਾ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਲਏ, ਕਹਿਣ ਲੱਗਾ, ਸਜਣਾ ਅਜੇ ਤੱਕ ਮੈਂ ਗੁਰੂ ਨਹੀਂ ਕੀਤਾ, ਮੈਂ ਤੇ ਗੁਰੂ ਦੀ ਭਾਲ ਦੇ ਵਿੱਚ ਹਾਂ, ਮੈਂ ਗੁਰੂ ਧਾਰਨ ਨਹੀਂ ਕੀਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਤੋਂ ਦੂਜੀ ਸਿੱਖਿਆ ਸਾਨੂੰ ਮਿਲਦੀ ਹੈ। ਪਹਿਲੀ ਸਿੱਖਿਆ, ਭਾਵੇਂ ਕਿਤਨੇ ਵੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਈਏ ਪਰ ਮਨ ਨਿਰਮਲ ਨਹੀਂ ਹੋਣਾ, ਜੀਵਨ ਦਾ ਉਧਾਰ ਨਹੀਂ ਹੋਣਾ, ਇਹ ਪਹਿਲੀ ਸਿੱਖਿਆ ਹੈ, ਧਿਆਨ ਦੇਣਾ। ਦੂਜੀ ਸਿੱਖਿਆ ਸਤਿਗੁਰਾਂ ਦੇ ਜੀਵਨ ਤੋਂ ਮਿਲਦੀ ਹੈ ਕਿ ਮੈਂ ਗੁਰੂ ਧਾਰਨ ਨਹੀਂ ਕੀਤਾ, ਮੈਂ ਗੁਰੂ ਵਾਲਾ ਨਹੀਂ ਬਣਿਆ। ਹੁਣ ਆਪਾਂ ਵੀ ਆਪਣੇ ਅੰਦਰ ਝਾਤ ਮਾਰਨੀ ਹੈ ਵੀ ਆਪਾਂ ਕਿੰਨੇ ਕੁ ਗੁਰੂ ਵਾਲੇ ਬੈਠੇ ਹੋਏ ਹਾਂ, ਕਿਹਨਾਂ ਨੇ ਖੰਡੇ ਬਾਟੇ ਦੀ ਪੌਲ ਛਕੀ ਹੈ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਉਸ ਵੈਸ਼ਨੋ ਸਾਧ ਨੇ ਇਹ ਬਚਨ ਸੁਣੇ ਕਿ ਮੈਂ ਅਜੇ ਤੱਕ ਗੁਰੂ ਦੀ ਭਾਲ ਵਿੱਚ ਹਾਂ, ਮੈਂ ਗੁਰੂ ਧਾਰਨ ਨਹੀਂ ਕੀਤਾ, ਉਹ ਵੈਸ਼ਨੋ ਸਾਧ ਬੜਾ ਲੋਹਾ ਲਾਖਾ ਹੋ ਗਿਆ, ਬੜੇ ਕ੍ਰੋਧ ਵਿੱਚ ਆ ਗਿਆ, ਕਹਿਣ ਲੱਗਾ, ਪੁਰਖਾ ਵੀ ਤੂੰ ਤੇ ਮੇਰਾ ਜੀਵਨ ਹੀ ਭ੍ਰਸ਼ਟ ਕਰ ਦਿੱਤਾ, ਤੂੰ ਤੇ ਮੇਰਾ ਜੀਵਨ ਤਬਾਹ ਕਰ ਦਿੱਤਾ। ਮੈਂ ਜਿੰਨੇ ਵੀ ਜਾਪ ਤਪ ਕੀਤੇ ਸਨ, ਮੈਂ ਜਿਤਨੀ ਵੀ ਸੰਸਾਰ ਦੇ ਅੰਦਰ ਰਹਿ ਕਰਕੇ ਭਜਨ ਬੰਦਗੀ ਕੀਤੀ ਸੀ, ਉਹ ਸਾਰੀ ਭਜਨ ਬੰਦਗੀ ਖਤਮ ਹੋ ਗਈ ਹੈ, ਕਿਉਂਕਿ ਮੈਂ ਨਿਗੁਰੇ ਦਾ ਸੰਗ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਨਿਗੁਰੇ ਕਾ ਤੋ ਨਾਉ ਬੁਰਾ। ਜਿਹੜਾ ਨਿਗੁਰਾ ਹੋਵੇ, ਭੱਟਾਂ ਦੇ ਸਵਈਆਂ ਦੇ ਅੰਦਰ ਬੜਾ ਸੁੰਦਰ ਬਚਨ ਕਿਹਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਹਜ਼ੂਰ ਆਖਦੇ ਨੇ, ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ। ਜਦੋਂ ਵੈਸ਼ਨੋ ਸਾਧ ਨੇ ਬਚਨ ਕਹੇ, ਪੁਰਖਾ ਮੇਰਾ ਜੀਵਨ ਭ੍ਰਸ਼ਟ ਹੋ ਗਿਆ,
ਮਨ ਨੂੰ ਬੜੀ ਠੇਸ ਵੱਜੀ। ਮਨ ਬੜਾ ਵਿਆਕੁਲ ਹੋਇਆ। ਮਨਾ ਇੰਨਾ ਸਮਾਂ ਲੰਘ ਗਿਆ, ਘੱਟੋ ਘੱਟ ਜੀਵਨ ਦੇ 60-62 ਸਾਲ ਬਤੀਤ ਹੋ ਚੁੱਕੇ ਨੇ, ਪਰ ਅਜੇ ਸੱਚਾ ਗੁਰੂ ਨਹੀਂ ਮਿਲਿਆ। ਘਰ ਦੇ ਅੰਦਰ ਆਏ, ਮਨ ਬੜਾ ਉਦਾਸ। ਅੱਜ ਮਨ ਦੇ ਅੰਦਰੋਂ ਅੰਦਰੀ ਉਸ ਰੱਬ ਅੱਗੇ ਅਰਦਾਸ ਪਏ ਕਰਦੇ ਨੇ ਕਿ ਮੈਨੂੰ ਕੋਈ ਗੁਰੂ ਮਿਲ ਜਾਏ, ਮੈਨੂੰ ਕੋਈ ਸੱਚਾ ਗੁਰੂ ਮਿਲ ਜਾਏ। ਕਿਉਂਕਿ ਹਜ਼ੂਰ ਬਾਣੀ ਦੇ ਅੰਦਰ ਬਚਨ ਕਰਦੇ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੋਂ 25 ਸਾਲ ਵੱਡੇ ਨੇ, ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ 10 ਸਾਲ ਛੋਟੇ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਛੋਟੇ ਨੇ, ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੋਂ 25 ਸਾਲ ਵੱਡੇ ਨੇ। ਪਰ ਅੱਜ ਮਨ ਦੇ ਅੰਦਰੋਂ ਅਰਦਾਸ ਕਰਦੇ ਪਏ ਨੇ ਆਪਣੇ ਵਿਹੜੇ ਦੇ ਵਿੱਚ। ਇੱਕ ਪੰਡਤ ਆਇਆ ਜਿਹੜਾ ਬੜਾ ਹੀ ਵਿਦਵਾਨ ਹੈ, ਜੋਤਸ਼ੀ ਹੈ, ਜਿਸ ਦਾ ਨਾਮ ਇਤਿਹਾਸ ਦੇ ਅੰਦਰ ਦੁਰਗੋ ਕਰਕੇ ਲਿਖਿਆ ਹੈ। ਕਈ ਦੁਰਗੋ ਦਾਸ ਵੀ ਉਸ ਨੂੰ ਕਹਿੰਦੇ ਨੇ। ਪੰਡਤ ਦੁਰਗੋ ਆਇਆ, ਬਾਬਾ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਬੈਠ ਗਿਆ, ਬਚਨ ਬਿਲਾਸ ਕੀਤੇ, ਮੁਸਕਰਾ ਕੇ ਕਹਿਣ ਲੱਗਾ, ਪੁਰਖਾ ਵੀ ਮੈਂ ਤੇਰੇ ਚਰਨਾਂ ਦੇ ਵੱਲ ਤੱਕਿਆ, ਤੇਰੇ ਕਦਮਾਂ ਦੇ ਵਿੱਚ ਪਦਮ ਹੈ, ਇੱਕ ਪਦਮ ਦੀ ਰੇਖਾ ਤੇਰੇ ਕਦਮਾਂ ਦੇ ਵਿੱਚ ਹੈ। ਮੈਨੂੰ ਲੱਗਦਾ ਏ ਤੂੰ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਬੜਾ ਵੱਡਾ ਪ੍ਰਤਾਪੀ ਰਾਜਾ ਹੋਵੇਗਾ ਜਾਂ ਬੜਾ ਵੱਡਾ ਕੋਈ ਫਕੀਰ ਹੋਵੇਗਾ। ਮੇਰੇ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਪੁਰਖਾ ਹੁਣ ਤੇ ਲੱਕੜਾਂ ਵੱਲ ਜਾਣ ਦੀ ਉਮਰ ਆ ਗਈ ਏ, ਹੁਣ ਕਿੱਥੇ ਬਾਦਸ਼ਾਹੀਆਂ, ਕਿੱਥੇ ਰਾਜ ਭੋਗ। ਪਰ ਅੱਗੋਂ ਉਹ ਕਹਿਣ ਲੱਗਾ ਦੁਰਗਾ ਦਾਸ ਕਿ ਨਹੀਂ, ਤੁਹਾਡੇ ਕਦਮਾਂ ਦੇ ਵਿੱਚ ਜੋ ਰੇਖਾ ਲਿਖੀ ਹੋਈ ਹੈ, ਮੈਂ ਉਸ ਨੂੰ ਦੇਖ ਕਰਕੇ ਇਹ ਬਚਨ ਕਹੇ ਨੇ ਕਿ ਸਮਾਂ ਆਏਗਾ ਤੁਸੀਂ ਪ੍ਰਤਾਪੀ ਰਾਜਾ ਬਣੋਗੇ, ਤੇ ਜਦੋਂ ਬਾਦਸ਼ਾਹੀ ਤਖਤ ਤੇ ਬੈਠੋ ਮੈਨੂੰ ਭੁੱਲ ਨਹੀਂ ਜਾਣਾ, ਮੈਨੂੰ ਭੁੱਲ ਨਾ ਜਾਇਓ। ਮੈਂ ਤੁਹਾਡੇ ਕੋਲ ਆ ਕਰਕੇ ਉਦੋਂ ਭੇਟਾ ਮੰਗਾਂਗਾ ਜਦੋਂ ਤੁਸੀਂ ਤਖਤ ਦੇ ਮਾਲਕ ਬਣੋਗੇ। ਸਮਾਂ ਲੰਘਦਾ ਗਿਆ। ਅੰਮ੍ਰਿਤ ਗੁਰਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਪੂਰਬ ਜਨਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਤੱਕਰ ਪੁਰਬਲੇ ਕਰਮ ਦੇ ਅੰਕੁਰ ਪ੍ਰਗਟ ਨਹੀਂ ਹੁੰਦੇ, ਉਦੋਂ ਤੱਕਰ ਜੀਵਨ ਨਹੀਂ ਸਵਰਦਾ। 62 ਸਾਲ ਦੀ ਉਮਰ ਹੋ ਗਈ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ। ਅੱਜ ਗੁਰੂ ਨਾਨਕ ਦੀ ਰਹਿਮਤ ਹੋਣ ਲੱਗੀ ਏ। ਆਪਣੇ ਘਰ ਦੇ ਅੰਦਰ ਆਏ, ਬਿਰਹਾ ਦੇ ਅੰਦਰ ਉਸ ਕਰਤਾਰ ਦੇ ਚਰਨਾਂ ਵਿੱਚ ਅਰਦਾਸ ਪਏ ਕਰਦੇ ਨੇ, ਕੋਈ ਮਿਲੇ ਗੁਰੂ, ਕੋਈ ਇਹੋ ਜਿਹਾ ਗੁਰੂ ਮਿਲੇ ਜਿਸ ਨੂੰ ਮਿਲ ਕਰਕੇ ਮਨ ਦੇ ਵਿੱਚ ਆਨੰਦ ਆ ਜਾਏ। ਜੇ ਅਜੋਕਾ ਸਮਾਂ ਹੋਵੇ, ਅੱਜ ਤੇ ਥਾਂ ਥਾਂ ਤੇ ਗੁਰੂ ਬੈਠੇ ਨੇ, ਅੱਜ ਤੇ ਥਾਂ ਥਾਂ ਤੇ ਗੁਰੂ ਬਣੇ ਬੈਠੇ ਨੇ। ਲੋਕ ਘੱਟ ਨੇ, ਗੁਰੂ ਜ਼ਿਆਦਾ ਨੇ। ਪਰ ਮੇਰੇ ਸਤਿਗੁਰੂ ਤੋਂ ਪੁੱਛੀਏ, ਦਾਤਿਆ ਗੁਰੂ ਹੋਵੇ ਕਿਹੋ ਜਿਹਾ? ਕੋਈ ਵੀ ਮਨ ਦਾ ਸਵਾਲ ਹੋਵੇ, ਮਨ ਦੀ ਭਾਵਨਾ ਹੋਵੇ, ਆਪਣੇ ਗੁਰੂ ਤੋਂ ਪੁੱਛੀਏ। ਧੰਨ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਪਰ ਭਾਵਨਾ ਹੋਵੇ ਤਾਂ ਬੋਲਦੇ ਨੇ। ਪੁੱਛੋ ਸਤਿਗੁਰਾਂ ਤੇ, ਪਾਤਸ਼ਾਹ ਗੁਰੂ ਕਿਹੋ ਜਿਹਾ ਹੋਵੇ, ਮੈਂ ਗੁਰੂ ਕਰਾਂ, ਤੇ ਉਸ ਦੇ ਅੰਦਰ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਗੁਰੂ ਦੀ ਪਰਿਭਾਸ਼ਾ, ਇੱਕ ਗੁਰੂ ਦੀ ਡੈਫੀਨੇਸ਼ਨ ਦਿੰਦਿਆਂ ਕਹਿਣ ਲੱਗੇ, ਜਿਸ ਮਿਲੀਐ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨ ਸਜਾਏ, ਹਰ ਪਰਮ ਪਦ ਲਈਐ। ਗੁਰੂ ਕਿਹੋ ਜਿਹਾ ਹੋਵੇ ਜਿਸ ਨੂੰ ਮਿਲ ਕਰਕੇ ਮਨ ਦੇ ਚਿੰਤਾ, ਝੋਰੇ, ਰਾਗ, ਦਵੈਸ, ਕਲ ਕਲੇਸ਼ ਸਭ ਖਤਮ ਹੋ ਜਾਣ। ਜਿਸ ਮਿਲੀਐ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਉਸ ਨੂੰ ਗੁਰੂ ਕਿਹਾ ਜਾ ਸਕਦਾ ਹੈ।
ਅੱਜ ਆਪਣੇ ਘਰ ਦੇ ਅੰਦਰ ਜਦੋਂ ਦਾਖਲ ਹੁੰਦੇ ਨੇ, ਅੱਜ ਘਰ ਦੇ ਅੰਦਰ ਹੀ ਕਿਰਪਾ ਹੋਣ ਲੱਗੀ ਹੈ, ਬਖਸ਼ਿਸ਼ ਹੋਣ ਲੱਗੀ ਏ। ਆਪਣੇ ਭਤੀਜੇ ਦੀ ਨੂੰਹ ਰਾਣੀ ਜਦੋਂ ਉਸ ਦੇ ਵੱਲ ਗਏ, ਜਿਹੜੀ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸਪੁੱਤਰੀ ਹੈ ਬੀਬੀ ਅਮਰੋ, ਉਹ ਆਪਣੇ ਘਰ ਦੇ ਅੰਦਰ ਦੁੱਧ ਪਈ ਰਿੜਕਦੀ ਹੈ। ਦੁੱਧ ਰਿੜਕਦੀ ਹੋਈ ਆਪਣੀ ਮੁਬਾਰਕ ਰਸਨਾ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਾਰੂ ਰਾਗ ਦਾ ਸ਼ਬਦ ਪਈ ਅਲਾਪਦੀ ਏ। ਉਸ ਦੇ ਬਚਨ ਨੇ ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਹਰ ਗੁਣ ਨਾਹੀ ਚਿੰਤ ਹਰੇ। ਬੜੇ ਭਾਵਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਪੜ੍ਹਦੀ ਪਈ ਹੈ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਨ ਉਪਰ, ਮਨ ਜਲਿਆ ਸ਼ੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਨਾਨਕ ਜੋ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ। ਬੜੇ ਭਾਵਨਾ ਦੇ ਨਾਲ ਗੁਰੂ ਦੀ ਬਾਣੀ ਨੂੰ ਪੜ੍ਹ ਰਹੀ ਏ। ਬਾਬਾ ਅਮਰਦਾਸ ਜੀ ਦੇ ਕੰਨਾਂ ਵਿੱਚ ਉਹ ਅੰਮ੍ਰਿਤ ਗੁਰਬਾਣੀ ਦੇ ਬੋਲ ਪਏ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਪਹਿਲੀ ਵਾਰੀ ਗੁਰੂ ਨਾਨਕ ਦੀ ਅੰਮ੍ਰਿਤ ਗੁਰਬਾਣੀ ਦੇ ਬੋਲ ਪਏ। ਤੇ ਬਾਬਾ ਕਬੀਰ ਜੀ ਆਖਦੇ ਨੇ, ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਣ ਜੋ ਏਕ, ਲਾਗਤ ਹੀ ਭੂਏ ਗਿਰ ਪਰਿਆ, ਪਰਿਆ ਕਰੇ ਜੇ ਛੇਕ। ਸਤਿਗੁਰੂ ਦੀ ਬਾਣੀ ਦਾ ਇੰਨਾ ਅਸਰ ਹੋਇਆ, ਜਾ ਕੇ ਕਹਿਣ ਲੱਗੇ, ਬੇਟਾ ਜਿਹੜੇ ਬਚਨ ਤੂੰ ਅਲਾਪਦੀ ਪਈ ਏ, ਆਪਣੀ ਜ਼ਬਾਨ ਤੋਂ ਕਹਿ ਰਹੀ ਹੈ, ਇਹ ਬਚਨ ਕਿਸ ਦੇ ਨੇ? ਉਹ ਕਹਿਣ ਲੱਗੀ, ਬਾਪੂ ਜੀ ਇਹ ਬਚਨ ਗੁਰੂ ਨਾਨਕ ਦੇ ਨੇ, ਪਰ ਉਹ ਇਸ ਸੰਸਾਰ ਦੇ ਅੰਦਰ ਮੌਜੂਦ ਨਹੀਂ। ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਸ਼ੋਭਾ ਪਈ ਪਾ ਰਹੇ ਨੇ। ਅੱਗੋਂ ਕਹਿਣ ਲੱਗੇ, ਬੇਟਾ ਮੇਰਾ ਮਨ ਕਰਦਾ ਹੈ ਕਿ ਮੈਂ ਉਹਨਾਂ ਦੇ ਦਰਸ਼ਨ ਦੀਦਾਰ ਕਰਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਤੋਂ ਇਹ ਤੀਜੀ ਉਦਾਹਰਨ ਸਾਨੂੰ ਮਿਲਦੀ ਹੈ ਕਿ ਸਤਿਗੁਰਾਂ ਨੇ ਕੇਵਲ ਇੱਕ ਸ਼ਬਦ ਸੁਣਿਆ, ਸਾਡਾ ਤੇ ਜੀਵਨ ਹੀ ਲੰਘ ਗਿਆ ਸ਼ਬਦਾਂ ਨੂੰ ਸੁਣਦਿਆਂ, ਪਰ ਜੀਵਨ ਦੇ ਵਿੱਚ ਤਬਦੀਲੀ ਨਹੀਂ ਆਉਂਦੀ। ਕਿਉਂ? ਕਿਉਂਕਿ ਸਾਡੇ ਅੰਦਰ ਹਉਮੈ ਹੈ, ਸਾਡੇ ਅੰਦਰ ਮੈਂ ਮੇਰੀ ਹੈ, ਸਾਡੇ ਅੰਦਰ ਕਿੰਤੂ ਤੇ ਪਰੰਤੂ ਦੀ ਭਾਵਨਾ ਹੈ। ਅਸੀਂ ਗੁਰੂ ਦੇ ਬਚਨਾਂ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਸਾਡੇ ਅੰਦਰ ਅੱਤ ਦੀ ਸਿਆਣਪ ਭਰੀ ਹੋਈ ਹੈ। ਬਾਬਾ ਅਮਰਦਾਸ ਨੇ ਕੇਵਲ ਗੁਰਬਾਣੀ ਨੂੰ ਸੁਣਿਆ, ਉਹਨਾਂ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ, ਮਨ ਦੇ ਨਾਲ ਸੁਣਿਆ। ਆਪਣੀ ਨੂੰਹ ਰਾਣੀ ਨੂੰ ਨਾਲ ਲੈ ਕਰਕੇ ਪਹੁੰਚ ਗਏ ਨੇ ਖਡੂਰ ਸਾਹਿਬ ਦੀ ਧਰਤੀ ਤੇ, ਜਿੱਥੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨਿਵਾਸ ਕਰਦੇ ਨੇ। ਬਾਬਾ ਅਮਰਦਾਸ ਜੀ ਕਹਿਣ ਲੱਗੇ, ਧੀਏ ਤੂੰ ਇੰਜ ਕਰ, ਆਪਾਂ ਦੋਵੇਂ ਚੱਲ ਕੇ ਆਏ ਆ, ਤੂੰ ਪਹਿਲਾਂ ਘਰ ਦੇ ਅੰਦਰ ਮਾਹੌਲ ਦੇਖ, ਕੀ ਮਾਹੌਲ ਹੈ, ਮੈਂ ਬਾਹਰ ਬੈਠ ਜਾਣਾ ਹਾਂ, ਕਿਉਂਕਿ ਕੁੜਮਾਚਾਰੀ ਵੀ ਹੈ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਬੇਟੀ ਧੰਨ ਗੁਰੂ ਅਮਰਦਾਸ ਜੀ ਦੇ ਭਤੀਜੇ ਦੇ ਨਾਲ ਵਿਆਹੀ ਹੈ, ਇਸ ਕਰਕੇ ਕੁੜਮਾਚਾਰੀ ਰਿਸ਼ਤੇਦਾਰੀ ਹੈ। ਬਾਬਾ ਅਮਰਦਾਸ ਜੀ ਬਾਹਰ ਬਹਿ ਜਾਂਦੇ ਨੇ ਤੇ ਬੀਬੀ ਅਮਰੋ ਜੀ ਘਰ ਦੇ ਅੰਦਰ ਜਦੋਂ ਦਾਖਲ ਹੁੰਦੇ ਨੇ, ਮਾਤਾ ਜੀ ਨੇ ਦੇਖਿਆ, ਗੁਰਦੇਵ ਪਿਤਾ ਦੇਖ ਕਰਕੇ ਕਹਿਣ ਲੱਗੇ, ਬੇਟਾ ਸਭ ਸੁੱਖ ਹੈ, ਅੱਜ ਕੱਲੀ ਆ ਗਈ, ਕੀ ਕਾਰਨ ਹੈ? ਜਦੋਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਅੱਜ ਕੱਲੀ ਆ ਗਈ ਏ, ਕੀ ਕਾਰਨ ਹੈ? ਅੱਗੋਂ ਬੀਬੀ ਅਮਰੋ ਕਹਿਣ ਲੱਗੀ, ਨਹੀਂ ਸਤਿਗੁਰੂ ਗੁਰਦੇਵ ਪਿਤਾ, ਮੇਰੇ ਨਾਲ ਘਰ ਦੇ ਬਜ਼ੁਰਗ ਆਏ ਨੇ
ਤੇ ਬਾਬਾ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਨਾਲ ਆਏ ਨੇ? ਕਿੱਥੇ ਨੇ? ਕਹਿੰਦੇ ਉਹ ਬਾਹਰ ਬੈਠੇ ਨੇ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪਣੇ ਤਨ ਤੇ ਇੱਕ ਲੋਈ ਲਈ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਆਪਣੇ ਘਰ ਤੋਂ ਬਾਹਰ ਆਉਂਦੇ ਨੇ, ਵਿਹੜੇ ਦੇ ਵਿੱਚ ਅੱਗੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਨੇ। ਸਤਿਗੁਰਾਂ ਨੂੰ ਦੇਖ ਕਰਕੇ ਮੰਜੇ ਤੋਂ ਖੜੇ ਹੋ ਜਾਂਦੇ ਨੇ। ਜਦੋਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪੈਰਾਂ ਦੀ ਆਹਟ ਸੁਣੀ, ਪੈਰਾਂ ਦੇ ਖੜਾਕ ਨੂੰ ਸੁਣ ਕਰਕੇ, ਆਹਟ ਨੂੰ ਸੁਣ ਕਰਕੇ ਆਪ ਮੰਜੇ ਤੋਂ ਖੜੇ ਹੋ ਜਾਂਦੇ ਨੇ। ਤੇ ਜਦੋਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਸਾਹਮਣੇ ਆਏ, ਮੇਰੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪਣੀ ਲੋਈ ਦੇ ਵਿੱਚੋਂ ਦੋਵੇਂ ਹੱਥ ਬਾਹਰ ਕੱਢੇ ਵੀ ਕੁੜਮ ਆਏ ਨੇ, ਜੱਫੀ ਪਾ ਕੇ ਮਿਲਾਂਗਾ। ਪਰ ਅੱਗੋਂ ਬਾਬਾ ਅਮਰਦਾਸ, ਜਿਨ੍ਹਾਂ ਨੇ ਚਿਹਰੇ ਵੱਲ ਨਹੀਂ ਤੱਕਿਆ, ਜਿਨ੍ਹਾਂ ਨੇ ਕੇਵਲ ਕਦਮਾਂ ਤੇ ਆਪਣੀ ਨਜ਼ਰ ਟਿਕਾਈ ਏ, ਚਰਨਾਂ ਤੇ ਢਹਿ ਕੇ ਕਹਿਣ ਲੱਗੇ, ਸਤਿਗੁਰੂ ਅੱਜ ਰਿਸ਼ਤੇਦਾਰ ਨਹੀਂ, ਅੱਜ ਸੇਵਾਦਾਰ ਬਣ ਕੇ ਆਇਆ ਹਾਂ। ਅੱਜ ਰਿਸ਼ਤੇ ਨਾਤੇ ਸਾਰੇ ਨਿਭਾਉਣ ਦੇ ਲਈ ਨਹੀਂ, ਇਹਨਾਂ ਨੂੰ ਛੱਡ ਕਰਕੇ ਕੇਵਲ ਤੇਰੇ ਦਰ ਦਾ ਸੇਵਾਦਾਰ ਬਣਨ ਲਈ ਆਇਆ ਹਾਂ। ਭਾਵਨਾ ਦੇ ਨਾਲ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਉਠਾਇਆ, ਆਪਣੇ ਨਾਲ ਬਿਠਾ ਲਿਆ। ਤੇ ਉਸ ਦਿਨ ਤੋਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾ ਕਮਾਉਣੀ ਆਰੰਭ ਕਰ ਦਿੱਤੀ। ਤੇ ਸੇਵਾ ਦੀ ਘਾਲ ਵੀ ਇੰਨੀ ਘਾਲੀ ਕਿ 12 ਸਾਲ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵਸਤਰਾਂ ਨੂੰ ਧੋਣਾ ਤੇ ਬਿਆਸ ਦਰਿਆ ਤੇ ਸਤਿਗੁਰਾਂ ਦੇ ਨਾਲ ਲਈ ਇੱਕ ਪਾਣੀ ਦੀ ਗਾਗਰ ਭਰ ਕੇ ਲਿਆਉਣੀ, ਰੋਜ਼ ਸਤਿਗੁਰਾਂ ਨੂੰ ਇਸ਼ਨਾਨ ਕਰਾਉਣਾ। ਕੋਈ 1-2 ਦਿਨ 2-4 ਮਹੀਨੇ ਦੀ ਗੱਲ ਨਹੀਂ ਗੁਰਮੁਖੋ, ਕਹਿਣਾ ਬੜਾ ਸੌਖਾ ਏ, ਪਰ ਕੋਈ ਕਰਕੇ ਦੇਖੇ। 12 ਸਾਲ ਬਾਬਾ ਅਮਰਦਾਸ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਕੋਲ ਸੇਵਾ ਪਏ ਕਰਦੇ ਨੇ, ਭਾਵਨਾ ਦੇ ਨਾਲ। ਜਿਵੇਂ ਹਜ਼ੂਰ ਦੇ ਬਚਨ ਨੇ, ਹਸਤੀ ਸਿਰ ਜੋ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ, ਉਬੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਗੁਰੂ ਅਮਰਦਾਸ ਜੀ ਦੇ ਬਚਨ ਨੇ ਕਿ ਜਿਹੜੇ ਭਾਵਨਾ ਦੇ ਨਾਲ ਸੇਵਾ ਕਰ ਲੈਂਦੇ ਨੇ, ਉਹ ਤਖਤੋ ਤਾਜ ਦੇ ਮਾਲਕ ਬਣ ਜਾਂਦੇ ਨੇ। ਸੇਵਾ ਕਰਦਿਆਂ ਕਰਦਿਆਂ ਵੇਖੋ 12 ਸਾਲ ਦੇ ਵਿੱਚ ਕਿੰਨੇ ਝੱਖੜ ਵਗੇ ਹੋਣਗੇ, ਕਿੰਨੀਆਂ ਹਨੇਰੀਆਂ ਆਈਆਂ ਹੋਣਗੀਆਂ, ਪਰ ਸਾਰੀਆਂ ਹਨੇਰੀਆਂ ਨੂੰ ਚੀਰਦੇ ਹੋਏ, ਝੱਖੜ ਉਹਾੜ ਨੂੰ ਚੀਰ ਕਰਕੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਰੋਜ਼ ਸੇਵਾ ਪਏ ਕਰਦੇ ਨੇ। ਅੱਜ ਕਿਰਪਾ, ਅੱਜ ਰਹਿਮਤ ਹੋਣ ਵਾਲੀ ਹੈ ਗੁਰੂ ਨਾਨਕ ਦੇ ਦਰ ਦੀ। ਰਾਤ ਦਾ ਸਮਾਂ, ਪੈਰ ਰਾਤ ਰਹਿੰਦਿਆਂ ਉੱਠੇ ਨੇ, ਆਪਣੇ ਮੋਢੇ ਤੇ ਗਾਗਰ ਨੂੰ ਰੱਖਿਆ ਤੇ ਤੁਰ ਪਏ ਨੇ ਬਿਆਸਾ ਦਰਿਆ ਤੇ। ਆਕਾਸ਼ ਦੇ ਵਿੱਚ ਬਿਜਲੀ ਲਸ਼ਕਾਰੇ ਪਈ ਮਾਰਦੀ ਏ, ਮੀਂਹ ਦੀਆਂ ਕਣੀਆਂ ਪੈ ਰਹੀਆਂ ਨੇ। ਆਪ ਇਸ਼ਨਾਨ ਕੀਤਾ, ਗਾਗਰ ਦੇ ਵਿੱਚ ਪਾਣੀ ਭਰ ਕੇ ਆਪਣੇ ਮੋਢੇ ਤੇ ਚੁੱਕ ਕੇ ਤੁਰ ਪਏ ਨੇ। ਜਦੋਂ ਤੁਰੇ ਨੇ, ਪਾਣੀ ਦੀਆਂ ਬੂੰਦਾਂ ਜਿਹੜੀਆਂ ਕਣੀਆਂ ਵਰਕੇ ਵਰਸ ਰਹੀਆਂ ਸਨ, ਉਹ ਤੇਜ਼ ਤੇਜ਼ ਹੋਣ ਲੱਗੀ ਤੇ ਹਵਾ ਦਾ ਵੇਗ ਵੀ ਬਹੁਤ ਜ਼ਿਆਦਾ ਹੋ ਗਿਆ। ਹਨੇਰੀ ਵਗਣੀ ਆਰੰਭ ਹੋ ਗਈ, ਚਾਰੇ ਪਾਸੇ ਧਰਤੀ ਤੇ ਪਾਣੀ ਪਾਣੀ ਹੋ ਚੁੱਕਿਆ ਏ। ਬਾਬਾ ਅਮਰਦਾਸ ਸਤਿਗੁਰੂ ਦੀ ਬਾਣੀ ਦਾ ਆਸਰਾ ਤੇ ਟੇਕ ਲੈ ਕੇ ਅੱਗੇ ਵਧ ਰਹੇ ਨੇ। ਜਦੋਂ ਨਗਰ ਦੇ ਅੰਦਰ ਵੜੇ, ਪਹਿਲਾਂ ਹੀ ਜੁਲਾਹੇ ਦਾ ਘਰ, ਉਸਨੇ ਆਪਣੇ ਘਰ ਤੋਂ ਬਾਹਰ ਇੱਕ ਖੱਡੀ ਬਣਾਈ ਹੋਈ ਏ, ਚਾਰੇ ਪਾਸੇ ਧਰਤੀ ਤੇ ਪਾਣੀ ਭਰਿਆ ਏ। ਧਿਆਨ ਨਹੀਂ ਪਿਆ, ਉਸ ਖੱਡੀ ਦੇ ਵਿੱਚ ਜਦੋਂ ਪੈਰ ਡਿੱਗਿਆ
ਆਪ ਤਿਲਕ ਗਏ ਨੇ, ਪਰ ਆਪ ਡਿੱਗੇ, ਪਰ ਉਸ ਗਾਗਰ ਨੂੰ ਨਹੀਂ ਡਿੱਗਣ ਦਿੱਤਾ। ਜਿਹੜੀ ਪਾਣੀ ਦੀ ਭਰੀ ਗਾਗਰ ਆਪਣੇ ਮੋਢੇ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਲਈ ਲੈ ਆ ਰਹੇ ਨੇ, ਉਸ ਦੇ ਵਿੱਚੋਂ ਪਾਣੀ ਛਲਕਣ ਨਹੀਂ ਦਿੱਤਾ। ਖੜਾਕ ਦੀ ਆਵਾਜ਼ ਆਈ। ਘਰ ਦੇ ਅੰਦਰੋਂ ਜੁਲਾਹਾ ਕਹਿਣ ਲੱਗਾ, ਕੌਣ ਹੈ? ਇੰਨੀ ਹਨੇਰੀ ਵਗ ਰਹੀ ਏ, ਬਾਰਿਸ਼ ਪੈ ਰਹੀ ਹੈ, ਰਾਤ ਦਾ ਸਮਾਂ, ਇੰਨੀ ਰਾਤ ਨੂੰ ਕੌਣ ਹੋਵੇਗਾ? ਅੱਗੋਂ ਜੁਲਾਹੇ ਦੀ ਘਰ ਵਾਲੀ ਕਹਿਣ ਲੱਗੀ, ਹੋਣਾ ਕੌਣ ਏ? ਇਹ ਅਮਰੂ ਨਿਥਾਵਾ ਹੋਵੇਗਾ, ਜਿਸ ਨੂੰ ਨਾ ਦਿਨੇ ਚੈਨ ਨਾ ਰਾਤ ਚੈਨ। ਆਪਣੀ ਢਿੱਡ ਦੀ ਪੂਰਤੀ ਦੇ ਲਈ ਆਪਣੇ ਕੁੜਮਾਂ ਦੇ ਘਰ ਰਹਿੰਦਾ ਹੈ। ਉਸਨੇ ਜੋ ਬੋਲ ਕਹੇ ਉਹ ਕਵੀ ਲਿਖਦਾ ਹੈ, ये अमरू बेनवा होगा, सदा है भटकता फिरता, कबहू ना चैन तरता, बकारा हो तो ऐसा हो। कवि राज कवि संतोख सिंह जी लिखते ने, कबहू ना चैन तरता, बकारा हो तो ऐसा हो। बकारा कहते ने सेवादार नूं, सेवक नूं। ते जदों बाबा अमरदास दे कन्नां विच बोल पए, अगों बाबा अमरदास जी कहन लगे, कमलिए क्या भक्ति है गुरु की शान में। बाबा अमरदास जी कहन लगे, कमलिए क्या भक्ति है गुरु की शान में। एकदम झल्ली हो गई, इशारा हो तो ऐसा हो। साधु बोले सहज सुभाए, साध का बोलिया बिरथा ना जाए। सहज सुभाव मुख तो बचन हो गए, कमलिए की पई बोल दिए, मैनू निथावा आख दिए, जिसनू थां मिल गई। मैं पहला निथावा सी, हुण निथावा नहीं। धन गुरु अंगद देव पातशाह जी नू इशनान कराया। इसी तरीके दे नाल दीवान सजया। मेरे सतगुरु धन गुरु अंगद देव पातशाह जी गुरता गद्दी ते शोभाएमान ने। सारियां संगतां आप संगतां दी तरह बैठियां गुरबाणी दा आनंद पईयां मान रहीआं ने। वो जुलाहा भी अपनी घर वाली नूं लै करके पहुँच जाता है। कहन लगा, सतगुरु मेरे ते तरस करो, मेरे ते किरपा करो, मेरे नाल ये भाना रात वापर गया। मेरी घर वाली ने अपने वलों कुछ कबोल आप जी दे सेवादार नूं कह दिते ने, पर अगों इन्हां ने जो बोल कहे, इन्हां दे कहण दी देर सी कि मेरी घर वाली कमली हो गई है। इस ते तरस करो। ते जिहड़ा गुरु दी शरण दे विच आ जाए, गुरु ते शरण आया नूं अपनी गलवकड़ी दे विच लै लैंदा है। उस दिन बाबा अमरदास जी नूं अपने कोल सद्दिया, भावना दे नाल अपनी गलवकड़ी दे विच लिया, ते गलवकड़ी दे विच लै करके धन गुरु अमरदास सच्चे पातशाह जी ते रहमतां करन लगे ने। 12 साल सेवा कीती। भावना गुरु नूं प्रसन्न करन दी भावना दे विच ਇਹ नहीं मैं गुरता गद्दी दा मालक बनांगा, या मैनू कोई ऐशो आराम मिलेगा, या मैनू संसार दी कोई मान वडियाई, संसार दी कोई शोभा मैनू मिलेगी ना। मन दे अंदर भावना है भी मेरा गुरु प्रसन्न हो जाए, मेरे गुरु दियां रहमतां मैनू मिल जाण। ये भावना लैके सतगुरां दे चरनां विच सेवा करते ने। क्योंकि हजूर आखते ने, सा सेवा कीती सफल है, जित सतगुर का मन मन्ने। जे गुरु का मन मन जाए तो सारे पाप कसमल चिंता झोरे राग द्वैस निश्तो नाबूद हो जाते ने। 12 साल गुरु के चरनां विच सेवा कमा के अज धन गुरु अंगद देव पातशाह जी बख्शिशां करन लगे ने। बचन कीते, तुम हो निमाणिओ मान। जिहड़ा आपां बचन करदे आ, 12 बख्शिशां कीतियां। तुम हो निमाणिओ मान, कर हो निताणिओ ताण।
ਨੀ ਓਟਿਆਂ ਦੀ ਓਟ, ਨੀ ਗਾਤਿਆਂ ਦੀ ਗਤ, ਨੀ ਪਤਿਆਂ ਦੀ ਪਤ, ਨੀ ਧੀਰਨ ਦੀ ਧੀਰ। ਦਿਆਲ ਗਈ ਬਹੋੜ, ਜਗਤ ਬੰਦੀ ਛੋੜ, ਭਾਨਨ ਗੜਨ ਸਮਰੱਥ, ਸਭ ਜੀਵ ਕਾ ਜਿਸ ਹੱਥ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪਣੀ ਗਲਵਕੜੀ ਦੇ ਵਿੱਚ ਲੈ ਕਰਕੇ ਇਹ ਬਖਸ਼ਿਸ਼ਾਂ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ ਕੀਤੀਆਂ ਨੇ। ਕਿਉਂ? ਕਿਉਂਕਿ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਮਨ ਦੇ ਅੰਦਰ ਭਾਵਨਾ ਹੈ ਮੇਰਾ ਗੁਰੂ ਪ੍ਰਸੰਨ ਹੋਏ। ਸਮਾਂ ਪਾ ਕੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਮਾਲਕ ਦੇ ਦੇਸ਼ ਨੂੰ ਰਵਾਨਾ ਹੋ ਜਾਂਦੇ ਨੇ ਤੇ ਗੁਰਤਾ ਗੱਦੀ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬਿਠਾ ਦਿੰਦੇ ਨੇ। ਕਵੀ ਜੀ ਬਚਨ ਕਰਦੇ ਨੇ ਕਿ ਜਿਸ ਗਾਗਰ ਨੂੰ ਲੈ ਕਰਕੇ ਰੋਜ਼ ਆਉਂਦੇ ਸਨ, ਉਸ ਪਾਣੀ ਦੀ ਗਾਗਰ ਨੇ ਮੇਰੇ ਸਤਿਗੁਰੂ ਅਮਰਦਾਸ ਨੂੰ ਸਾਰੇ ਜਹਾਨ ਦੇ ਅੰਦਰ ਉਜਾਗਰ ਕਰ ਦਿੱਤਾ। ਅੱਜ ਗਾਗਰ ਨੇ ਸਾਰੇ ਜੱਗ ਵਿੱਚ ਉਜਾਗਰ ਕਰ ਦਿੱਤਾ। ਅੱਜ ਗੁਰੂ ਦੇ ਚਰਨਾਂ ਦੇ ਵਿੱਚ ਟਹਿਲ ਨੂੰ ਕਮਾਇਆ। ਗੁਰੂ ਦੇ ਚਰਨਾਂ ਵਿੱਚ 12 ਸਾਲ ਟਹਿਲ ਕਮਾਈ। ਟਹਿਲ ਕਮਾ ਕਰਕੇ ਗੁਰੂ ਦੇ ਮਹਿਲ ਦੇ ਮਾਲਕ ਬਣ ਗਏ। ਜਿਹੜੇ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਆਉਂਦੇ ਨੇ, ਗੁਰੂ ਉਹਨਾਂ ਨੂੰ ਬਖਸ਼ ਲੈਂਦਾ ਹੈ। ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਆਈ ਮੇਰੇ ਸਤਿਗੁਰਾਂ ਨੇ ਬੇਅੰਤ ਕਾਰਨਾਮੇ ਕੀਤੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕਰਮ ਇਹੋ ਜਿਹੇ ਕੀਤੇ ਜੋ ਪ੍ਰਥਾ ਸੰਸਾਰ ਦੇ ਅੰਦਰ ਪੀੜ੍ਹੀ ਦਰ ਪੀੜ੍ਹੀ ਅਰਸਾਂ ਤੋਂ ਚੱਲੀਆਂ ਆ ਰਹੀਆਂ ਸਨ। ਉਨ ਸਾਰੀਆਂ ਪ੍ਰਥਾਵਾਂ ਨੂੰ ਮੇਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਇੱਕ ਕਰਕੇ ਰੋਕਣਾ ਆਰੰਭ ਕਰ ਦਿੱਤਾ। ਸਭ ਤੋਂ ਪਹਿਲਾਂ ਗੁਰੂ ਦਾ ਹੁਕਮ ਹੋਇਆ ਵੀ ਜਿਸ ਨੇ ਵੀ ਸਾਡੇ ਦਰਸ਼ਨ ਕਰਨੇ ਨੇ, ਧਿਆਨ ਦੇਣਾ ਗੁਰਮੁਖੋ, ਇਹ ਬਚਨ ਸਾਡੇ ਲਈ ਹੈ। ਉਂਝ ਤੇ ਗੁਰੂ ਦਾ ਹਰ ਬੋਲ ਹਰ ਬਚਨ ਸਾਡੇ ਲਈ ਹੈ, ਪਰ ਇਹ ਖਾਸ ਕਰਕੇ ਧਿਆਨ ਦੇਣਾ। ਸਭ ਤੋਂ ਪਹਿਲਾਂ ਬਚਨ ਕੀਤਾ ਗੁਰਮੁਖੋ ਕਿ ਜਿਸ ਨੇ ਵੀ ਸਾਡੇ ਦਰਸ਼ਨ ਕਰਨੇ ਨੇ, ਉਹ ਪਹਿਲਾਂ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕੇ, ਉਸ ਤੋਂ ਬਾਅਦ ਸਾਡੇ ਦੀਦਾਰ ਹੋਣਗੇ। ਪਹਿਲਾਂ ਪੰਗਤ, ਪਾਛੇ ਸੰਗਤ। ਪਰ ਖਿਮਾ ਕਰਨਾ, ਜੇ ਅੱਜ ਗੁਰੂ ਦਾ ਆਪਾਂ ਇਹ ਬਚਨ ਮੰਨ ਲਈਏ ਵੀ ਪਹਿਲਾਂ ਪੰਗਤ ਪਾਛੇ ਸੰਗਤ, ਤੇ ਮੇਰਾ ਖਿਆਲ ਗੁਰਦੁਆਰਿਆਂ ਦੇ ਵਿੱਚ ਕੋਈ ਨਜ਼ਰ ਨਹੀਂ ਆਏਗਾ। ਖਿਮਾ ਕਰਨਾ, ਕਿਉਂਕਿ ਆਪਾਂ ਆਉਂਦੇ ਹਾਂ ਕੇਵਲ ਲੰਗਰ ਦੇ ਲਈ। ਮਾਫ ਕਰਨਾ, ਬੜੇ ਗੁਰਦੁਆਰਿਆਂ ਦੇ ਵਿੱਚ ਸੇਵਾ ਕਰਨ ਦਾ, ਆਪ ਰੱਬ ਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਏ। ਤੇ ਜਦੋਂ ਕੋਈ ਵੱਡਾ ਪ੍ਰੋਗਰਾਮ ਹੋਵੇ ਤੇ ਸੰਗਤਾਂ ਪੁੱਛਦੀਆਂ ਨੇ, ਭਾਈ ਸਾਹਿਬ ਇਹ ਦੱਸੋ ਵੀ ਸਮਾਪਤੀ ਕਦੋਂ ਹੋਵੇਗੀ? ਸੰਗਤਾਂ ਪੁੱਛਦੀਆਂ ਨੇ, ਭਾਈ ਸਾਹਿਬ ਇਹ ਦੱਸੋ ਵੀ ਸਮਾਪਤੀ ਕਦੋਂ ਹੋਵੇਗੀ? ਕੋਈ ਵਿਰਲਾ ਹੁੰਦਾ ਏ ਜਿਸ ਨੂੰ ਗੁਰੂ ਦਾ ਚਾਹ ਹੁੰਦਾ ਏ, ਗੁਰੂ ਦੀ ਬਾਣੀ ਦਾ ਜਿਸ ਨੂੰ ਨਿੱਘ ਮਾਣਨਾ ਏ, ਉਹ ਪੁੱਛਦਾ ਏ ਪ੍ਰੋਗਰਾਮ ਆਰੰਭ ਕਦੋਂ ਹੋਵੇਗਾ। ਨਹੀਂ ਤੇ ਸਾਰੇ ਪੁੱਛਦੇ ਨੇ ਸਮਾਪਤੀ ਕਦੋਂ ਹੋਵੇਗੀ, ਕਿਉਂਕਿ ਆਉਣਾ ਹੀ ਮੈਂ ਸਮਾਪਤੀ ਵੇਲੇ ਹੈ। ਤੇ ਕਈ ਤਾਂ ਇੱਥੋਂ ਤੱਕ ਪੁੱਛਦੇ ਨੇ ਅੱਜ ਲੰਗਰ ਦੇ ਵਿੱਚ ਬਣਿਆ ਕੀ ਹੈ। ਜੇ ਕੋਈ ਚੱਜ ਦਾ ਬਣਿਆ ਹੋਵੇਗਾ ਤਾਂ ਆਵਾਂਗਾ, ਜੇ ਨਹੀਂ ਬਣਿਆ ਹੋਵੇਗਾ ਤੇ ਘਰ ਆਪਣੀ ਦਾਲ ਰੋਟੀ ਖਾ ਕੇ ਆਪਣੇ ਘਰ ਹੀ ਸੋਵਾਂਗਾ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ ਕਿ ਪਹਿਲਾਂ ਪੰਗਤ ਪਾਛੇ ਸੰਗਤ। ਇਸ ਦਾ ਵੀ ਰਿਜਨ ਸੀ ਕਿ ਲੋਕਾਂ ਦੇ ਮਨਾਂ ਦੇ ਅੰਦਰ ਵਹਿਮ ਸੀ ਊਚ ਨੀਚ ਦਾ, ਜਾਤ ਪਾਤ ਦਾ। ਲੋਕੀ ਵਰਨ ਵੰਡ ਦੇ ਵਿੱਚ ਵੰਡੇ ਹੋਏ ਸਨ। ਇਸ ਵਰਨ ਵੰਡ ਨੂੰ ਖਤਮ ਕਰਨ ਦੇ ਲਈ, ਇਸ ਜਾਤ ਅਤੇ ਪਾਤ ਨੂੰ ਖਤਮ ਕਰਨ ਦੇ ਲਈ, ਇਸ ਊਚ ਨੀਚ ਦੇ ਸਿਧਾਂਤ ਨੂੰ ਤੋੜਨ ਦੇ ਲਈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਪੰਗਤ ਦੀ ਮਰਿਆਦਾ ਨੂੰ ਸਦਾ ਦੇ ਲਈ ਬਹਾਲ ਕਰ ਦਿੱਤਾ। ਵਕਤ ਦਾ ਰਾਜਾ, ਵਕਤ ਦਾ ਬਾਦਸ਼ਾਹ ਆਇਆ ਅਕਬਰ।
ਅਕਬਰ ਬਾਦਸ਼ਾਹ ਗੁਰੂ ਦੇ ਦਰਬਾਰ ਦੇ ਅੰਦਰ ਆਇਆ। ਸੇਵਾਦਾਰ ਨੇ ਬੇਨਤੀ ਕੀਤੀ, ਸਤਿਗੁਰੂ ਵਕਤ ਦਾ ਰਾਜਾ ਆਇਆ ਏ, ਤੁਹਾਡੇ ਦਰਸ਼ਨ ਚਾਹੁੰਦਾ ਏ। ਤੇ ਮੈਂ ਫਿਰ ਕਹਿ ਦਿਆਂ, ਕਿਉਂਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਬੋਲਣਾ ਲਾਜ਼ਮੀ ਹੈ। ਸੰਗਤਾਂ ਨੂੰ ਨਹੀਂ ਦੱਸਾਂਗੇ ਤੇ ਪਤਾ ਕਿਵੇਂ ਲੱਗੇਗਾ। ਗੁਰਮੁਖੋ, ਜੇ ਅੱਜ ਦਾ ਦੌਰ ਹੁੰਦਾ ਤੇ ਸੰਗਤਾਂ ਨੂੰ ਛੱਡ ਕਰਕੇ ਪਹਿਲਾਂ ਉਸ ਨੂੰ ਲੈਣ ਲਈ ਜਾਂਦੇ ਵੀ ਜਿਹੜਾ ਆ ਰਿਹਾ ਏ, ਕੋਈ ਵਿਧਾਇਕ ਆ ਰਿਹਾ ਏ, ਕੋਈ ਪਾਰਸ਼ਦ ਜਿੱਤ ਕੇ ਆ ਰਿਹਾ ਏ, ਜਾਂ ਕੋਈ ਦੂਜਾ ਤੀਜਾ ਆ ਰਿਹਾ ਏ, ਪਹਿਲਾਂ ਉਸ ਨੇਤਾ ਨੂੰ ਲੈ ਕੇ ਆਈਏ, ਗੁਰੂ ਤੇ ਬਾਅਦ ਮੇਂ ਹੈ। ਕਈ ਵਾਰੀ ਤੇ ਇੱਥੋਂ ਤੱਕ ਦੇਖਣ ਨੂੰ ਮਿਲਿਆ ਏ, ਜੇ ਕੀਰਤਨ ਹੋ ਰਿਹਾ ਹੋਵੇ ਤੇ ਕੀਰਤਨ ਬੰਦ ਕਰ ਦਿੱਤਾ ਜਾਂਦਾ ਏ, ਤੁਸੀਂ 5 ਮਿੰਟ ਰੁਕ ਜਾਓ, ਅਸੀਂ ਇਹਨਾਂ ਦਾ ਸਨਮਾਨ ਕਰ ਦਈਏ, ਇਹਨਾਂ ਨੂੰ ਸਰਪਾਓ ਦੇ ਦਈਏ। ਕਿਉਂਕਿ ਆਪਾਂ ਇਤਿਹਾਸ ਨੂੰ ਵਿਚਾਰਿਆ ਨਹੀਂ, ਆਪਾਂ ਇਤਿਹਾਸ ਨੂੰ ਪੜ੍ਹਿਆ ਨਹੀਂ। ਕਿਉਂਕਿ ਅੰਮ੍ਰਿਤ ਗੁਰਬਾਣੀ ਦੇ ਅੰਦਰ ਸਤਿਗੁਰਾਂ ਤੋਂ ਪੁੱਛ ਕੇ ਦੇਖੋ, ਸਤਿਗੁਰੂ ਕਹਿੰਦੇ ਨੇ ਜਦੋਂ ਤੱਕ ਵਿਦਿਆ ਨੂੰ ਵਿਚਾਰਾਂਗੇ ਨਹੀਂ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜਦੋਂ ਵਿਚਾਰਾਂਗੇ ਉਦੋਂ ਸਾਡੇ ਜ਼ਿਹਨ ਦੇ ਵਿੱਚ, ਸਾਡੇ ਮਨ ਦੇ ਵਿੱਚ ਉਹ ਆਣ ਕਰਕੇ ਵਸੇਗੀ। ਨਹੀਂ ਤੇ ਪੜ੍ਹਦੇ ਪੜ੍ਹਦੇ ਤੇ ਸਤਿਗੁਰੂ ਕਹਿੰਦੇ ਨੇ ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ। क्या पढ़िए क्या गुनिए, क्या वेद पुराना सुनिए, पढ़े सुने क्या होई, जो सहज न मिलियो सोई। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੇਵਾਦਾਰ ਨੇ ਬੇਨਤੀ ਕੀਤੀ, ਦਾਤਿਆ ਵਕਤ ਦਾ ਬਾਦਸ਼ਾਹ ਅਕਬਰ ਤੁਹਾਡੇ ਦੀਦਾਰ ਕਰਨੇ ਚਾਹੁੰਦਾ ਏ। ਮੇਰੇ ਸਤਿਗੁਰੂ ਨੇ ਹੁਕਮ ਕੀਤਾ, ਜੋ ਗੁਰੂ ਦੀ ਮਰਿਆਦਾ ਹੈ, ਪਹਿਲਾ ਲੰਗਰ ਦੇ ਵਿੱਚ ਬੈਠ ਕੇ ਪ੍ਰਸਾਦਾ ਛਕੇ ਪੰਗਤ ਵਿੱਚ, ਫਿਰ ਸਾਡੇ ਦੀਦਾਰ ਹੋਣਗੇ। ਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਏ, ਵਕਤ ਦੇ ਬਾਦਸ਼ਾਹ ਅਕਬਰ ਨੇ ਗੁਰੂ ਦੇ ਲੰਗਰਾਂ ਦੇ ਵਿੱਚ ਉਸੀ ਪੱਟੀ ਤੇ ਬੈਠ ਕਰਕੇ ਲੰਗਰ ਛਕਿਆ ਜਿਸ ਤੇ ਇੱਕ ਨੀਵੀਂ ਜਾਤ ਦਾ ਵੀ ਛਕ ਰਿਹਾ ਏ। ਜਿਸ ਪੱਟੀ ਤੇ ਬੈਠ ਕਰਕੇ ਇੱਕ ਗਰੀਬ ਵੀ ਪ੍ਰਸਾਦਾ ਛਕ ਰਿਹਾ ਏ। ਪ੍ਰਸਾਦਾ ਛਕ ਕੇ ਗੁਰੂ ਦੇ ਦੀਦਾਰ ਕੀਤੇ ਤੇ ਭਾਵਨਾ ਦੇ ਨਾਲ ਕਹਿਣ ਲੱਗਾ, ਗੁਰੂ ਤੇ ਪ੍ਰਸੰਨ ਹੋ ਕੇ, ਸਤਿਗੁਰੂ ਮੈਂ ਤੁਹਾਡੇ ਤੇ ਬੜਾ ਪ੍ਰਸੰਨ ਹਾਂ। ਕਿਉਂਕਿ ਸਤਿਗੁਰੂ ਨੂੰ ਮਿਲ ਕਰਕੇ ਮਨ ਉਂਝ ਹੀ ਪ੍ਰਸੰਨ ਹੋ ਜਾਂਦਾ ਹੈ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਗੁਰੂ ਸਾਹਮਣੇ ਹੋਵੇ, ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਪ੍ਰਤੱਖ ਗੁਰੂ ਨਜ਼ਰ ਆਏ, ਤਨ ਅਤੇ ਮਨ ਆਪਣੇ ਆਪ ਨਿਹਾਲ ਹੋ ਜਾਂਦਾ ਏ। ਭਾਵਨਾ ਦੇ ਨਾਲ ਭਿੱਜ ਕੇ ਅਕਬਰ ਕਹਿਣ ਲੱਗਾ, ਸਤਿਗੁਰੂ ਮੈਂ ਕੋਈ ਜਾਗੀਰ ਤੁਹਾਡੇ ਨਾਂ ਕਰ ਦਿਆਂ, ਤੁਹਾਡੇ ਲੰਗਰਾਂ ਦੇ ਨਾਮ ਕੋਈ ਜਾਗੀਰ ਲਾ ਦਿਆਂ। ਪਰ ਸਤਿਗੁਰੂ ਕਹਿਣ ਲੱਗੇ, ਨਾ, ਇਹ ਲੰਗਰ ਗੁਰੂ ਦੀਆਂ ਸੰਗਤਾਂ ਦਾ ਹੈ, ਇਹ ਗੁਰੂ ਦੇ ਸੰਗਤਾਂ ਦਾ ਲੰਗਰ, ਇਹ ਲੰਗਰ ਗੁਰੂ ਦੀਆਂ ਸੰਗਤਾਂ ਦੇ ਆਸੇ ਤੇ ਚੱਲਦਾ ਏ। ਅੱਜ ਤਾਂ ਹੀ ਲੰਗਰ ਦੇ ਵਿੱਚ ਕਦੇ ਘਾਟ ਨਹੀਂ ਪੈਂਦੀ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਧ ਸੰਗਤ ਦੇ ਵਿੱਚ ਰੱਬ ਆਪ ਨਿਵਾਸ ਕਰਦਾ ਏ ਤੇ ਸੰਗਤਾਂ ਦਾ ਚਲਾਇਆ ਹੋਇਆ ਲੰਗਰ ਕਦੇ ਮੁੱਕਣਾ ਕੋਈ ਨਹੀਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਹੋਰ ਕੁਝ ਦੱਸੋ। ਮੇਰੇ ਸਤਿਗੁਰੂ ਨੇ ਉਸ ਵਕਤ ਅਕਬਰ ਨੂੰ ਇਹ ਬਚਨ ਕਹੇ, ਬਾਦਸ਼ਾਹ ਸਲਾਮਤ, ਜੇ ਕੁਝ ਦੇਣਾ ਚਾਹੁੰਦੇ ਹੋ ਤੇ ਆਪਣੇ ਵੱਲੋਂ ਇਹ ਹੁਕਮ, ਇਹ ਐਲਾਨ ਕਰੋ ਵੀ ਜਿਹੜੀ ਸਤੀ ਪ੍ਰਥਾ ਦੀ ਬਾਗਡੋਰ ਅਰਸਾਂ ਤੋਂ ਚੱਲਦੀ ਆ ਰਹੀ ਹੈ, ਜਿਸ ਭੈਣ ਦਾ ਪਤੀ ਚੜ੍ਹਾਈ ਕਰ ਜਾਏ, ਕਾਲ ਵਸ ਹੋ ਜਾਏ, ਉਸ ਵਕਤ ਇਹ ਮਰਿਆਦਾ ਮੁਕੰਮਲ ਤੌਰ ਤੇ ਬੰਨੀ ਹੋਈ ਸੀ। ਜੇ ਘਰ ਵਾਲਾ ਚੜ੍ਹਾਈ ਕਰ ਜਾਏ ਤੇ ਉਸ ਦੀ ਪਤਨੀ ਨੂੰ ਵੀ ਨਾਲ ਉਸ ਚਿਖਾ ਦੇ ਵਿੱਚ ਬਿਠਾ ਕਰਕੇ ਸੰਸਕਾਰ ਕਰ ਦਿੱਤਾ ਜਾਂਦਾ ਸੀ। ਸਭ ਤੋਂ ਪਹਿਲਾਂ ਬਚਨ ਕਿਹਾ, ਬਾਦਸ਼ਾਹ ਆਪਣੇ ਵੱਲੋਂ ਇਹ ਐਲਾਨ ਜਾਰੀ ਕਰ ਵੀ ਅੱਜ ਤੋਂ ਬਾਅਦ ਸਤੀ ਪ੍ਰਥਾ ਨੂੰ ਰੋਕ ਪਈ,
ਕੋਈ ਵੀ ਘਰ ਵਾਲੀ ਆਪਣੇ ਪਤੀ ਦੇ ਨਾਲ ਸਤੀ ਨਹੀਂ ਹੋਏਗੀ। ਸਤਿਗੁਰੂ ਪਾਤਸ਼ਾਹ ਜੀ ਨੇ ਦੂਜਾ ਐਲਾਨ ਕੀਤਾ, ਜਿਹੜੀਆਂ ਬੀਬੀਆਂ ਘੁੰਡ ਕੱਢ ਕੇ ਗੁਰੂ ਦੇ ਦੀਦਾਰ, ਗੁਰੂ ਦੇ ਚਰਨਾਂ ਦੇ ਵਿੱਚ ਆਉਂਦੀਆਂ ਸਨ, ਪਾਤਸ਼ਾਹ ਜੀ ਨੇ ਹੁਕਮ ਕੀਤਾ ਇਹ ਘੁੰਡ ਕੱਢਣ ਦੀ ਜਿਹੜੀ ਪ੍ਰਥਾ ਹੈ ਇਹ ਅੱਜ ਤੋਂ ਖਤਮ ਹੁੰਦੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਇਹੋ ਜਿਹੀਆਂ ਰਹਿਮਤਾਂ, ਬੇਅੰਤ ਇਹੋ ਜਿਹੀਆਂ ਬਖਸ਼ਿਸ਼ਾਂ ਕੀਤੀਆਂ। ਪਾਤਸ਼ਾਹ ਜੀ ਨੇ ਇੱਕ ਹੋਰ ਐਲਾਨ ਕੀਤਾ ਵੀ ਜਿਨ੍ਹਾਂ ਦਾ ਪਤੀ ਕਾਲਵਸ ਹੋ ਜਾਏ। ਪੁਰਾਤਨ ਸਮਿਆਂ ਦੇ ਵਿੱਚ ਕੀ ਹੁੰਦਾ ਸੀ, ਬੱਚੇ ਛੋਟੇ ਛੋਟੇ ਹੁੰਦੇ ਆ, ਉਹਨਾਂ ਦੇ ਵਿਆਹ ਕਰ ਦਿੱਤੇ ਜਾਂਦੇ ਸਨ। ਡੋਲਾ ਜਿਹੜਾ ਹੈ ਕਾਫੀ ਸਮਾਂ ਬਾਅਦ ਵਿੱਚ ਆਉਂਦਾ ਸੀ। 8-10 ਸਾਲ ਦਾ ਬੱਚਾ ਹੋਇਆ, ਵਿਆਹ ਕਰ ਦਿੱਤਾ, ਬੱਚੀ ਆਪਣੇ ਘਰ, ਬੱਚਾ ਆਪਣੇ ਘਰ। ਪਰ ਕੁਝ ਸਮਾਂ ਬਾਅਦ ਉਹਨਾਂ ਦਾ ਫਿਰ ਡੋਲਾ ਲੈਣ ਲਈ ਜਾਇਆ ਜਾਂਦਾ ਸੀ। ਇਹ ਪੁਰਾਤਨ ਮਰਿਆਦਾ ਸੀ। ਪਰ ਜੇ ਕਿਤੇ ਉਹ ਬੱਚਾ ਕਾਲਵਸ ਹੋ ਜਾਏ, ਉਹ ਅਕਾਲ ਚਣਾਨਾ ਕਰ ਜਾਏ, ਤੇ ਉਸ ਬੱਚੀ ਨੂੰ ਫਿਰ ਪੂਰੀ ਜ਼ਿੰਦਗੀ ਵਿਧਵਾ ਦੇ ਵੇਸ ਦੇ ਵਿੱਚ ਕੱਟਣੀ ਪੈਂਦੀ ਸੀ। ਉਹ ਕਦੇ ਆਪਣਾ ਦੂਜਾ ਵਿਆਹ ਨਹੀਂ ਸੀ ਕਰਾ ਸਕਦੀ। ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਦੇਣ ਆਪਾਂ ਨਹੀਂ ਦੇ ਸਕਦੇ। ਹਾਜ਼ੂਰ ਨੇ ਅਕਬਰ ਬਾਦਸ਼ਾਹ ਜੀ ਨੂੰ ਬਚਨ ਕੇ, ਬਾਦਸ਼ਾਹ ਇਹ ਐਲਾਨ ਵੀ ਆਪਣੇ ਰਾਜ ਤੋਂ ਕਰ ਵੀ ਜਿਸ ਦਾ ਪਤੀ ਕਾਲਵਸ ਹੋ ਜਾਏ ਉਹ ਦੁਬਾਰਾ ਵਰ ਲੱਭ ਕੇ ਆਪਣਾ ਵਿਆਹ ਕਰ ਸਕਦੀ ਹੈ। ਧੰਨ ਗੁਰੂ ਅਮਰਦਾਸ ਸੱਚੇ ਸਤਿਗੁਰੂ ਨੇ ਬੇਅੰਤ ਰਹਿਮਤਾਂ ਕੀਤੀਆਂ। ਤਾਂ ਹੀ ਆਪਾਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਭੱਟਾ ਨੇ ਸਵਈਆਂ ਦੇ ਅੰਦਰ ਜ਼ਿਕਰ ਕੀਤਾ, ਘਨ ਹਰ ਬੂੰਦ ਬਸੋ ਰੋ ਮਾਵਲ। ਹੁਣੇ ਹੀ ਆਪਾਂ ਸ਼ਬਦ ਪੜ੍ਹ ਰਹੇ ਸਨ, ਭਾਈ ਸਾਹਿਬ ਜੀ ਸ਼ਬਦ ਸਰਵਣ ਕਰਾ ਰਹੇ ਸਨ, ਘਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨਾ ਆਵੇ। ਕਿ ਕੋਈ ਆਕਾਸ਼ ਤੇ ਜਿਹੜੀਆਂ ਕਣੀਆਂ, ਆਕਾਸ਼ ਤੋਂ ਜਿਹੜੀ ਪਾਣੀ ਦੀਆਂ ਬੂੰਦਾਂ ਬਾਰਿਸ਼ ਬਣ ਕੇ ਧਰਤੀ ਤੇ ਡਿੱਗਦੀਆਂ ਨੇ, ਕੋਈ ਉਹਨਾਂ ਨੂੰ ਗਿਣ ਸਕਦਾ ਹੈ? ਕੋਈ ਬਸੰਤ ਬਹਾਰ ਦੇ ਵਿੱਚ ਖਿੜੇ ਹੋਏ ਫੁੱਲਾਂ ਨੂੰ ਗਿਣ ਸਕਦਾ ਹੈ? ਉਹ ਕੋਈ ਸੂਰਜ ਦੀਆਂ ਕਿਰਨਾਂ ਨੂੰ ਵੀ ਗਿਣ ਸਕਦਾ ਏ। ਪਰ ਆਖੀਰ ਦੇ ਅੰਦਰ ਬਚਨ ਕੀਤੇ, ਕਿਉਂਕਿ ਸਮਾਂ ਹੋ ਗਿਆ, ਆਖੀਰ ਦੇ ਅੰਦਰ ਬਚਨ ਕੀਤੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਕਿ ਐ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਤੇਰੀ ਜਿਹੜੀ ਵਡਿਆਈ ਹੈ, ਤੇਰੀ ਜਿਹੜੀ ਸ਼ੋਭਾ ਹੈ, ਉਹ ਤੂੰ ਕੇਵਲ ਜਾਣ ਸਕਦਾ ਹੈ। ਤੇਰੀ ਵਡਿਆਈ ਨੂੰ ਕੋਈ ਨਹੀਂ ਜਾਣ ਸਕਦਾ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਆਗਮਨ ਗੁਰਪੁਰਬ ਨੂੰ ਮਨਾਉਣ ਦੇ ਲਈ ਆਪਾਂ ਇਕੱਤਰ ਹੋਏ ਹਾਂ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕੁਰਬਾਨੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਮੈਂ ਉਹਨਾਂ ਤੇ ਕੁਰਬਾਨ ਹਾਂ, ਬਲਿਹਾਰ ਹਾਂ ਜਿਹੜੇ ਗੁਰਪੁਰਬ ਮਨਾਉਂਦੇ ਨੇ। ਪਰ ਗੁਰਮੁਖੋ, ਗੁਰਪੁਰਬ ਮਨਾਇਆ ਤਾਂ ਸਫਲਾ ਹੈ ਜੇ ਆਪਾਂ ਗੁਰੂ ਦੀ ਗੱਲ ਨੂੰ ਮੰਨਣ ਦੀ ਕੋਸ਼ਿਸ਼ ਕਰੀਏ। ਗੁਰੂ ਨੂੰ ਸਾਰੇ ਮੰਨਦੇ ਨੇ, ਧਿਆਨ ਦੇਣਾ, ਗੁਰੂ ਨੂੰ ਸਾਰੇ ਮੰਨਦੇ ਨੇ, ਪਰ ਗੁਰੂ ਦੀ ਕੋਈ ਵਿਰਲਾ ਮੰਨਦਾ ਹੈ। ਜਿਹੜਾ ਗੁਰੂ ਨੂੰ ਵੀ ਮੰਨੇ ਤੇ ਗੁਰੂ ਦੀ ਵੀ ਮੰਨੇ, ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਪਾਤਸ਼ਾਹ ਸਾਡੇ ਸਭਨਾਂ ਤੇ ਤਰਸ ਕਰਨ, ਸਾਡੇ ਤੇ ਕਰਨ ਰਹਿਮਤਾਂ। ਜੋ ਸਤਿਗੁਰਾਂ ਨੇ ਸਭ ਤੋਂ ਪਹਿਲਾ ਸਟੈਪ ਸਾਨੂੰ ਦਿੱਤਾ ਸੇਵਾ ਦਾ, ਕਿ ਸੇਵਾ ਕਿਸ ਢੰਗ ਦੇ ਨਾਲ ਕਰਨੀ ਹੈ, ਸੇਵਾ ਕਰਨ ਦੇ ਨਾਲ ਜੀਵਨ ਦਾ ਉਧਾਰ ਹੋ ਸਕਦਾ ਹੈ। ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਭਾਵਨਾ ਦੇ ਨਾਲ ਸੇਵਾ ਕਰੀਏ। ਜਿਹੜੇ ਭਾਵਨਾ ਦੇ ਨਾਲ ਸੇਵਾ ਕਰ ਜਾਂਦੇ ਨੇ, ਉਹਨਾਂ ਦਾ ਜੀਵਨ ਸਵਰ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਸਰਬਤ ਸੰਗਤਾਂ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਸ ਆਗਮਨ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਕਿਰਪਾ ਕਰਨ ਸਤਿਗੁਰੂ ਸਭਨਾਂ ਦੇ ਉੱਤੇ। ਧੰਨਵਾਦ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਧੰਨਵਾਦ ਇੱਥੋਂ ਦੇ ਭਾਈ ਸਾਹਿਬ ਹੁਣਾਂ ਦਾ, ਜਿਨ੍ਹਾਂ ਨੇ ਆਪ ਰੱਬ ਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ ਹੈ।
ਪਾਤਸ਼ਾਹ ਜੀ ਸਭਨਾਂ ਦੇ ਸੀਸ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ, ਵਿਸ਼ਿਆਂ ਵਕਾਰਾਂ ਬੁਰਾਈਆਂ ਬੁਰੀ ਸੰਗਤ ਦੇ ਪ੍ਰਭਾਵ ਤੋਂ ਬਚਾ ਕੇ ਰੱਖਣ, ਮੱਤ ਪੱਤ ਦੀ ਰਾਖੀ ਕਰਨ, ਬੱਚਿਆਂ ਨੂੰ ਗੁਰਮਤਿ ਸਮਤ ਗੁਰਸਿੱਖੀ ਜੀਵਨ ਮਾਤਾ ਪਿਤਾ ਦਾ ਆਗਿਆਕਾਰ ਬਣਾਉਣ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦਾਸ ਖਿਮਾ ਦਾ ਜਾਚਕ ਹੈ। ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਧੰਨਵਾਦ ਕਰਦੇ ਹਾਂ ਪੰਜਾਬੀ ਗੁਰਦੁਆਰਾ ਨੁਮਾਇਸ਼ ਕੈਂਪ ਦੀ ਸਮੂਹ ਵੱਲੋਂ